ਉਹ ਕਹਿੰਦੀ ਤੁਸੀਂ ਗੁਲਾਮ ਦੇਸ਼ ਦੇ ਵਸਿੰਦੇ ਹੋ। ਇਹ ਸਾਡੇ ਆਜ਼ਾਦੀ ਦੇ ਸੂਰਮੇ ਆ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ। ਤੁਹਾਡੀ ਜੇਕਰ ਪਰਛਾਈ ਵੀ ਇਹਨਾਂ ਤੇ ਪੈ ਗਈ, ਅਸੀਂ ਚਾਹੁੰਦੇ ਨਹੀਂ ਇਹ ਪੈ ਜਾਵੇ। ਤੁਸੀਂ ਗੁਲਾਮ ਦੇਸ਼ ਦੇ ਵਾਸੀ ਆ। ਇਹ ਕਿੱਥੋਂ ਸੋਚ ਲੈਣ ਕਿ ਪੰਜਾਬੀਆਂ ਨੂੰ, ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਲਾਂਗੇ, ਇਹਨਾਂ ਨੂੰ ਭੁਲਾ ਦਾਂਗੇ, ਇਹਨਾਂ ਨੂੰ ਭਗਤ ਸਿੰਘ ਨਾਲੋਂ ਤੋੜ ਲਾਂਗੇ, ਵਰਿਆਮ ਸਿੰਘ ਨਾਲੋਂ ਤੋੜ ਲਾਂਗੇ, ਕਰਤਾਰ ਸਰਾਭੇ ਨੂੰ ਖਾਮੋਸ਼ ਕਰ ਦਾਂਗੇ। ਇਹ ਕਦੇ ਨਹੀਂ ਹੋ ਸਕਦਾ। ਇਤਿਹਾਸ ਛਪਣ ਨਹੀਂ ਹੋਇਆ ਕਰਦੇ, ਫਿੱਕੇ ਕੀਤੇ ਜਾ ਸਕਦੇ ਐ। ਸਮੇਂ ਦੀਆਂ ਲਕੀਰਾਂ ਫਿਰ ਉਹਨਾਂ ਨੂੰ ਗੂੜੇ ਕਰ ਦਿੰਦੀਆਂ। ਪੰਜਾਬ ਦੀ ਧਰਤੀ ਤੇ ਬਿਲਕੁਲ ਅਖੀਰ ਵਿੱਚ ਬੈਠੀ ਸ਼ੰਭੂ ਮੋਰਚੇ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ, ਜ਼ਿਲ੍ਹਿਆਂ ਤੋਂ ਆਈ ਸੰਗਤ ਇੱਥੇ ਖੜ ਕੇ ਜਦੋਂ ਦਿੱਲੀ ਵੱਲ ਨੂੰ ਦੇਖਦੇ ਆਂ, ਜਦੋਂ ਦਿੱਲੀ ਕੋਲੋਂ ਹੱਕ ਮੰਗਣ ਦੀ ਆਵਾਜ਼ ਉਠਾਉਂਦੇ ਆਂ, ਤਾਂ ਇਹ ਸ਼ੰਭੂ ਮੋਰਚਾ ਜਿਹੜਾ ਹੈ, ਜਿਸ ਧਰਤੀ ਤੇ ਆਪਾਂ ਖੜੇ ਆਂ, ਅੰਦਰ ਇੱਕ ਪੋਜ਼ਿਟਿਵਿਟੀ ਪੈਦਾ ਹੁੰਦੀ ਹੈ। ਇਹ ਕਣਕ ਜਾਗਦੀ ਹੈ ਕਿ ਪਿੱਛੇ ਸਾਡੀ ਕੰਡ ਪਿੱਛੇ ਜਿੰਨਾ ਪੰਜਾਬ ਪਿਆ ਹੈ, ਉਹ 'ਚ ਜੋ ਵਸਦੀ ਜਨਤਾ ਹੈ, ਸਾਡੇ ਪਰਿਵਾਰ ਹੈ, ਸਾਡੀ ਲੋਕਾਈ ਹੈ, ਸਾਡੇ ਲੋਕ ਹੈ, ਉਹਨਾਂ ਦੇ ਕੁਝ ਜੋ ਹੱਕ ਹਕੂਕ ਨੇ, ਉਹਨਾਂ ਦੀ ਨੁਮਾਇੰਦਗੀ ਕਰਨ ਲਈ ਅਸੀਂ ਦਿੱਲੀ ਵੱਲ ਮੂੰਹ ਕਰਕੇ ਖੜ ਕੇ ਇੱਥੇ ਬੈਠੇ ਹਾਂ ਔਰ ਦਿੱਲੀ ਨੂੰ ਲਲਕਾਰ ਰਹੇ ਹਾਂ। ਕਪੂਰਥਲੇ ਦੀ ਧਰਤੀ ਤੋਂ ਅਸੀਂ ਆਏ ਹਾਂ। ਜਿਵੇਂ ਮੇਰੇ ਤੋਂ ਪਹਿਲਾਂ ਜੋਗਾ ਸਿੰਘ ਹੋਣਾ ਦੱਸਿਆ ਹੈ, ਪਿੰਡ 'ਚ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਸਾਡੇ ਚੱਲਦੀ ਹੈ। ਬਹੁਤ ਸਾਰੇ ਸਾਥੀ ਨਾਲ ਅੱਜ ਆਏ ਨੇ। ਬੜੇ ਦਿਨਾਂ ਦਾ ਪ੍ਰੋਗਰਾਮ ਬਣਾਉਂਦੇ ਸੀ ਕਿ ਸ਼ੰਭੂ ਮੋਰਚੇ ਤੇ ਜਾ ਕੇ ਆਵਾਜ਼ ਬੁਲੰਦ ਕਰੀਏ। ਮੈਂ ਜਦੋਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਪੜ੍ਹਦਾ, ਦੇਖਦਾ ਤਾਂ ਬਹੁਤ ਵੱਡੇ ਨਾਮ ਪੰਜਾਬ ਲਈ ਕੁਰਬਾਨ ਹੋਣ ਵਾਲੇ ਨੌਜਵਾਨਾਂ ਦੇ ਅੱਖਾਂ ਸਾਹਮਣੇ ਆਪਣੇ ਸਾਰਿਆਂ ਦੇ ਜ਼ਿਹਨ 'ਚ ਆਉਂਦੇ, ਮੇਰੇ ਵੀ ਆਉਂਦੇ ਆ, ਜਿਨ੍ਹਾਂ 'ਚ ਇੱਕ 19 ਸਾਲ ਦਾ ਨੌਜਵਾਨ ਸਾਡੇ ਸਾਹਮਣੇ ਆਉਂਦਾ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ। ਉਹ ਨੌਜਵਾਨ ਜਿਸ ਦਾ ਦਾਦਾ, ਜਿਸ ਨੇ ਉਹਨੂੰ ਪਾਲਿਆ, ਜੋ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ, ਸ਼ਹੀਦ ਕਰਤਾਰ ਸਰਾਭਾ, ਉਹਨੂੰ ਪੜ੍ਹਨ ਲਈ 1912 ਦੇ ਵਿੱਚ ਅਮਰੀਕਾ ਭੇਜਿਆ ਜਾਂਦਾ ਹੈ। ਜਿਸ ਵੇਲੇ ਉਹਨੂੰ ਅਮਰੀਕਾ ਦੇ ਧਰਤੀ 'ਤੇ ਦਾਖਲ ਹੁੰਦਾ ਹੈ, ਉਦੋਂ ਕਿਉਂਕਿ ਪਲੇਨ ਨਹੀਂ ਸੀ ਚੱਲਦੇ, ਸ਼ਿਪ ਰਾਹੀਂ ਜਾਂਦੇ ਸੀ, ਤਾਂ ਵੀਜ਼ਾ ਅਫਸਰ ਮੌਕੇ 'ਤੇ ਐਂਟਰੀ ਦਿੰਦਾ ਸੀ। ਇੱਧਰੋਂ ਬੰਦਾ ਭੇਜ ਦਿੰਦੇ ਸੀ, ਵੀਜ਼ਾ ਅਫਸਰ ਮੌਕੇ 'ਤੇ ਉਹਨੂੰ ਐਂਟਰੀ ਦਿੰਦਾ ਸੀ ਵੀ ਤੂੰ ਅੰਦਰ ਜਾ ਸਕਦਾ ਹੈ, ਜਾਂ ਮੋੜਨਾ ਤਾਂ ਉੱਥੇ ਮੋੜ ਦਿੰਦੇ ਸੀ। ਉਹ ਵੀਜ਼ਾ ਅਫਸਰ ਉਹਨੂੰ ਸਵਾਲ ਕਰਦਾ ਹੈ, ਕਿਉਂਕਿ ਹਰ ਇੱਕ ਨੂੰ ਸਵਾਲ ਕਰਦਾ ਸੀ ਵੀ ਤੂੰ ਇੱਥੇ ਕੀ ਲੈਣ ਆਇਆ। ਵੀਜ਼ਾ ਅਫਸਰ ਉਹਨੂੰ ਸਵਾਲ ਕਰਦਾ ਕਿ ਨੌਜਵਾਨ ਤੂੰ ਇੱਥੇ ਕੀ ਕਰਨਾ ਹੈ, ਤੇ ਗੁਲਾਮ ਦੇਸ਼ ਦਾ ਵਾਸੀ ਹੈ, ਉੱਥੇ ਤੂੰ ਕਿਉਂ ਨਹੀਂ ਪੜ੍ਹਿਆ, ਤੂੰ ਸਾਡੇ ਦੇਸ਼ ਕੀ ਲੈਣ ਆਇਆ। ਤਾਂ ਕਰਤਾਰ ਸਰਾਭਾ, ਜੋ ਉਸ ਵੇਲੇ ਸਿਰਫ 16 ਸਾਲ ਦਾ ਹੈ, ਉਹ ਕਹਿੰਦਾ ਹੈ ਕਿ ਹੋ ਸਕਦਾ ਹੈ ਮੈਂ ਤੁਹਾਡੇ ਦੇਸ਼ ਦੀ ਧਰਤੀ 'ਤੇ ਜਾ ਕੇ ਕੋਈ ਇਹੋ ਜਿਹੀ ਪੜ੍ਹਾਈ ਕਰ ਲਵਾਂ, ਕੋਈ ਇਹੋ ਜਿਹੀ ਖੋਜ ਕਰ ਲਵਾਂ ਜਿਹੜੀ ਮੇਰੇ ਦੇਸ਼ ਦੇ ਲੋਕਾਂ ਦੇ ਤੁਹਾਡੇ ਲਈ ਕਿਤੇ ਕੰਮ ਆ ਸਕੇ। ਜੇ ਤੁਸੀਂ ਮੈਨੂੰ ਇੱਥੋਂ ਵਾਪਸ ਮੋੜ ਦਿੰਦੇ ਆ ਤਾਂ ਤੁਹਾਡਾ ਦੇਸ਼ ਤੇ ਮੇਰਾ ਦੇਸ਼ ਉਸ ਜਾਣਕਾਰੀ ਤੋਂ, ਉਸ ਪੜ੍ਹਾਈ ਤੋਂ ਵਾਂਝਾ ਰਹਿ ਜੂ, ਉਸ ਗਿਆਨ ਤੋਂ ਵਾਂਝਾ ਰਹਿ ਜੂ। ਸਰਾਭੇ ਦੀ ਉਸ ਦਲੀਲ ਨੂੰ ਨੇ ਉਸ ਵੀਜ਼ਾ ਅਫਸਰ ਨੂੰ ਕਾਇਲ ਕੀਤਾ ਤੇ ਉਹਨੂੰ ਐਂਟਰੀ ਦੇ ਦਿੱਤੀ ਗਈ। ਕਰਤਾਰ ਸਰਾਭੇ ਨੇ ਕਾਲਜ ਵਿੱਚ ਦਾਖਲਾ ਲਿਆ, ਪੜ੍ਹਾਈ ਜਾਰੀ ਰੱਖੀ। ਉੱਥੇ ਗਦਰ ਪਾਰਟੀ ਦੀ ਸਥਾਪਨਾ ਹੋ ਗਈ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਲਾਲਾ ਹਰਦਿਆਲ ਵਰਗੇ ਵੱਡੇ ਵੱਡੇ ਧਨੰਤਰ ਉਸ ਧਰਤੀ 'ਤੇ ਬੈਠੇ ਸਨ। ਗਦਰ ਪਾਰਟੀ ਸਥਾਪਨਾ ਹੋਈ, ਗੁਰਦੁਆਰਿਆਂ 'ਚ ਮੀਟਿੰਗਾਂ ਹੋਣ ਲੱਗੀਆਂ। ਇੱਕ ਦਿਨ ਕਰਤਾਰ ਸਰਾਭਾ ਵੀ ਉੱਥੇ ਚਲਾ ਗਿਆ। ਉਹ ਲਾਲਾ ਹਰਦਿਆਲ ਤੇ ਸੋਹਣ ਸਿੰਘ ਭਕਨੇ ਦੀਆਂ ਤਕਰੀਰਾਂ ਸੁਣ ਕੇ ਜਜ਼ਬਾਤੀ ਹੋਇਆ ਔਰ ਦੇਸ਼ ਵਾਸਤੇ ਕੁਝ ਕਰਨ ਦੀ ਚਿੰਨ੍ਹ ਜਾਗੀ। ਇਸ ਤੋਂ ਦੌਰਾਨ ਇੱਕ ਅਜੀਬ ਘਟਨਾ ਵਾਪਰੀ। ਕਰਤਾਰ ਸਰਾਭਾ ਤੇ ਉਹਦੇ ਸਾਥੀ ਇੱਕ ਰਿਸੋਰਟ ਦੇ ਮੋਹਰੇ ਦੀ ਲੰਘ ਰਹੇ, ਰੈਸਟੋਰੈਂਟ ਦੇ ਮੋਹਰੇ ਦੀ, ਤੇ ਉੱਥੇ ਲਿਖਿਆ ਸੀ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਊਡ। ਭਾਰਤੀ ਤੇ ਕੁੱਤੇ ਅੰਦਰ ਨਹੀਂ ਜਾ ਸਕਦੇ। ਇਹ ਭਾਰਤ ਵਿੱਚ ਵੀ ਬਹੁਤ ਸਾਰੇ ਅਫਸਰਸ ਨੇ ਲਿਖਵਾਇਆ ਹੋਇਆ ਸੀ, ਬਹੁਤ ਸਾਰੇ ਰੈਸਟੋਰੈਂਟਾਂ 'ਚ, ਵੱਡੀਆਂ ਵੱਡੀਆਂ ਬਿਲਡਿੰਗਾਂ 'ਚ, ਉੱਥੇ ਵੀ ਲਿਖਿਆ ਸੀ। ਉਹ ਕਹਿੰਦੇ ਅਸੀਂ ਜਾ ਕੇ ਅੰਦਰ ਦੇਖਣਾ ਚਾਹੁੰਦੇ, ਅੰਦਰ ਅਜਿਹਾ ਕੀ ਹੈ ਜਿਹੜਾ ਅਸੀਂ ਨਹੀਂ ਦੇਖ ਸਕਦੇ। ਅਸੀਂ ਵੀ ਇਸ ਧਰਤੀ 'ਤੇ ਜਨਮ ਲਿਆ, ਅਸੀਂ ਕਿਉਂ ਨਹੀਂ ਵੇਖ ਸਕਦੇ। ਤਾਂ ਉਹ ਸਿਕਿਉਰਿਟੀ ਗਾਰਡ ਨਾਲ ਬਹਿਸ ਬਸਈਆ ਹੋਇਆ ਤੇ ਉਹ ਅੰਦਰ ਮੈਨੇਜਰ ਜਿਹੜੀ ਜਨਾਨੀ ਸੀ ਉੱਤਰ ਕੇ ਪੌੜੀਆਂ ਬਾਹਰ ਆਈ। ਉਹ ਪੁੱਛਣ ਆਈ ਕਿ ਬਾਹਰ ਕੀ ਵਾਪਰਿਆ। ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਕੁਝ ਨੌਜਵਾਨ ਅੰਦਰ ਜਾਣਾ ਚਾਹੁੰਦੇ ਨੇ, ਮੈਂ ਇਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਿਹਾ।
ਉਹ ਕਹਿੰਦੀ ਚਲੋ ਬਹੁਤ ਜਿੱਦ ਕਰਦੇ ਨੇ, ਆ ਲੈਣ ਦਿਓ, ਦੇਖ ਲੈਣ ਦਿਓ। ਜਦੋਂ ਕਰਤਾਰ ਸਰਾਭਾ ਅੰਦਰ ਪਹੁੰਚਿਆ, ਰਿਸੈਪਸ਼ਨ ਦੇ ਉੱਤੇ ਕੁਝ ਤਸਵੀਰਾਂ ਲੱਗੀਆਂ ਸੀ, ਉਹ ਮੈਨੇਜਰ ਜਨਾਨੀ ਨੇ ਫਟਾਫਟ ਉਹ ਤਸਵੀਰਾਂ ਉਲਟੀਆਂ ਕਰਤੀਆਂ, ਉਹਨਾਂ ਦੇ ਚਿਹਰੇ ਕੰਧ ਵੱਲ ਨੂੰ ਲੁਕੋਤੇ। ਕਰਤਾਰ ਸਰਾਭਾ ਜੋ ਕਿ ਅੰਦਰ ਜਾ ਕੇ ਦੇਖਣਾ ਚਾਹੁੰਦਾ ਸੀ ਕੀ ਆ, ਇੱਕ ਨਵੀਂ ਘਟਨਾ ਵਾਪਰ ਗਈ ਵੀ ਸਾਨੂੰ ਦੇਖ ਕੇ ਇਸ ਔਰਤ ਨੇ ਤਸਵੀਰਾਂ ਕਿਉਂ ਉਲਟੀਆਂ ਕੀਤੀਆਂ। ਉਹਨੇ ਬਾਕੀ ਚੀਜ਼ਾਂ ਛੱਡ ਕੇ ਔਰਤ ਨੂੰ ਸਿੱਧਾ ਇਹ ਸਵਾਲ ਕੀਤਾ ਕਿ ਸਾਨੂੰ ਦੇਖ ਕੇ ਤੁਸੀਂ ਤਸਵੀਰਾਂ ਕਿਉਂ ਪਲਟੀਆਂ। ਉਹ ਕਹਿੰਦੀ ਤੁਸੀਂ ਗੁਲਾਮ ਦੇਸ਼ ਦੇ ਬਸ਼ਿੰਦੇ ਹੋ, ਇਹ ਸਾਡੇ ਆਜ਼ਾਦੀ ਦੇ ਸੂਰਮੇ ਆ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ। ਤੁਹਾਡੀ ਜੇਕਰ ਪਰਛਾਈ ਵੀ ਇਹਨਾਂ ਤੇ ਪੈ ਗਈ, ਅਸੀਂ ਚਾਹੁੰਦੇ ਨਹੀਂ ਇਹ ਪੈ ਜਾਵੇ, ਤੁਸੀਂ ਗੁਲਾਮ ਦੇਸ਼ ਦੇ ਵਾਸੀ ਆ। ਇੰਨੀ ਗੱਲ ਸੁਣ ਕੇ ਕਰਤਾਰ ਸਰਾਭੇ ਦੇ ਅੰਦਰ ਅੱਗ ਲੱਗ ਗਈ, ਅੱਗ। ਸਪਿਲਟ ਜਾਣਦੇ ਆਪਾਂ ਸਾਰੇ ਜਣੇ ਕਿੱਦਾਂ ਦੀ ਹੁੰਦੀ ਜਦੋਂ ਸਰੀਰ 'ਚ ਫਿਰਦੀ ਹੈ। ਕਿੱਧਰੇ ਗਈ ਉਹਦੀ ਪੜ੍ਹਾਈ, ਕਿੱਧਰੇ ਗਏ ਉਹਦੇ ਅੱਗੇ ਵਧਣ ਦੇ ਸੁਪਨੇ। ਉਹ ਫੁੱਲ ਟਾਈਮਰ ਗਦਰ ਪਾਰਟੀ 'ਚ ਆਇਆ, ਦਿਨ ਰਾਤ ਉਹਨੇ ਗਦਰ ਪਾਰਟੀ ਲਈ ਕੰਮ ਕੀਤਾ। ਔਰ ਇਹੋ ਜਿਹਾ ਮਨੁੱਖ ਧਰਤੀ ਦੇ ਉੱਤੇ ਬਹੁਤ ਵਿਰਲਾ ਪੈਦਾ ਹੁੰਦਾ ਜਿਹੜਾ ਸਾਰੀ ਰਾਤ ਪ੍ਰੈਸ ਉੱਤੇ ਕੰਮ ਕਰਨ ਵਾਲਾ ਬੰਦਾ। ਉਦੋਂ ਮੈਨੂਅਲ ਪ੍ਰੈਸਾਂ ਸੀ, ਅੱਜ ਵਾਂਗੂ ਨਹੀਂ ਕੰਪਿਊਟਰ 'ਚ ਪ੍ਰਿੰਟ ਦੇ ਦਿਓ ਕਮਾਂਡ ਤੇ 100 1000 ਲੱਖ ਨਿਕਲ ਜਾਓ। ਮੈਨੂਅਲ ਪ੍ਰੈਸ ਸੀ ਜਿਹੜੀ ਲੱਤ ਨਾਲ ਚਲਾਉਣੀ ਪੈਂਦੀ ਸੀ। ਲੱਤ ਨਾਲ ਪ੍ਰੈਸ ਚਲਾਓ, ਉਧਰ ਹੱਥ ਨਾਲ ਉਹ 'ਚ ਪਰਚਾ ਰੱਖੋ, ਛਾਪਾ ਵੱਜਦਾ, ਛਾਪਾ ਵੱਜਣ ਤੋਂ ਬਾਅਦ ਜਦੋਂ ਵਾਪਸ ਜਾਂਦਾ ਪਹਿਲਾ ਪੇਜ ਬਾਹਰ ਕੱਢ ਲਓ ਖਾਲੀ, ਫਿਰ ਵਿੱਚ ਰੱਖੋ, ਉਧਰ ਲੱਤ ਘੁਮਾਈ ਜਾਓ। ਇਹ ਉਹ 17 18 ਸਾਲ ਦਾ ਨੌਜਵਾਨ, ਇਹ ਆ ਸਾਡੀ ਧਰਤੀ ਦੇ ਨੌਜਵਾਨ। ਦੂਸਰੀ ਘਟਨਾ ਤੁਹਾਨੂੰ ਸੁਣਾਉਣਾ ਹੈ। 1861 ਦੇ ਵਿੱਚ ਮਲੇਰਕੋਟਲੇ ਦੀ ਧਰਤੀ, ਜਿੱਥੇ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੀ, ਕੂਕਾ ਲਹਿਰ, ਬਾਬਾ ਰਾਮ ਸਿੰਘ ਉਹਨਾਂ ਦੇ ਮੁਖੀ ਹੋਏ ਹੈ। ਉਸ ਕੂਕਾ ਲਹਿਰ ਦੇ ਵਿੱਚ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਗਾਂ ਦੇ ਮੀਟ ਨੂੰ ਸਿੱਟਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੋਂ ਦੇ ਗ੍ਰੰਥੀਆਂ ਦਾ ਕਤਲ ਕੀਤਾ ਕੂਕਿਆਂ ਨੇ। ਉਸ ਤੋਂ ਬਾਅਦ ਉਸ ਕਤਲ ਨੂੰ ਕਬੂਲਿਆ, 5 ਜਣਿਆਂ ਨੂੰ ਫਾਂਸੀ ਹੋਈ। ਕੂਕਾ ਲਹਿਰ 'ਚ ਬਹੁਤ ਤੇਜ਼ੀ ਆ ਗਈ, ਸਾਰੇ ਦੇਸ਼ ਵਿੱਚ ਫੈਲ ਗਈ। ਉਹਨਾਂ ਨੇ ਅੰਗਰੇਜ਼ਾਂ ਦੇ ਸਾਰੇ ਸਿਸਟਮ ਦਾ ਬਾਈਕਾਟ ਕੀਤਾ, ਇੱਥੋਂ ਤੱਕ ਕਿ ਜੋ ਉਦੋਂ ਡਾਕ ਸਿਸਟਮ ਸੀ, ਸੜਕਾਂ, ਉਹ ਵੀ ਸਾਰਾ ਬਾਈਕਾਟ ਕਰਤਾ। ਅੰਗਰੇਜ਼ਾਂ ਨੇ ਕਿਹਾ ਕਿ ਇਸ ਲਹਿਰ ਨੂੰ ਕੁਚਲੋ, ਨਹੀਂ ਤੇ ਬਹੁਤ ਵੱਡੀ ਮੁਸ਼ਕਲ ਖੜੀ ਹੋਏਗੀ। ਉਸ ਲਹਿਰ ਨੂੰ ਕੁਚਲਣ ਲਈ ਮਲੇਰਕੋਟਲੇ ਦੀ ਧਰਤੀ 'ਤੇ ਬਹੁਤ ਵੱਡਾ ਜੰਗ ਹੋਇਆ। ਕੂਕਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਤੋਪਾਂ ਦੇ ਮੋਹਰੇ ਖੜੇ ਕਰ ਲਿਆ ਗਿਆ। ਤੋਪ ਚੱਲਦੀ ਤੇ ਕੂਕਾ ਉੱਡ ਜਾਂਦਾ। ਲੋਕਾਂ ਨੇ ਆਪਣੇ ਆਪ ਨੂੰ ਤੋਪ ਦੇ ਮੋਹਰੇ ਖੜੇ ਕੀਤਾ, ਸ਼ਹੀਦੀਆਂ ਪਾਈਆਂ। ਇੱਕ 9 ਸਾਲ ਦਾ ਬੱਚਾ ਸੀ ਵਰਿਆਮ ਸਿੰਘ ਉਹਨਾਂ ਕੂਕਿਆਂ 'ਚ। ਉਹ ਦੇਖਦਾ ਕਿ ਗੋਲਾ ਆਉਂਦਾ ਵਾ, ਮੇਰੇ 'ਚ ਨਹੀਂ ਵੱਜਦਾ, ਉੱਪਰ ਦੀ ਲੰਘ ਜਾਂਦਾ, ਪਿੱਛੇ ਵੱਡੇ ਬੰਦੇ ਨੂੰ ਸਿੱਟ ਲੈਂਦਾ, ਮੇਰੇ 'ਚ ਨਹੀਂ ਵੱਜਾ। ਕਿੰਨੇ ਗੋਲੇ ਵੱਜੇ ਵਰਿਆਮ ਸਿੰਘ ਦੇ, ਕੋਈ ਨਹੀਂ ਆਣ ਕੇ ਵੱਜਾ। ਉਹਨੇ ਸੋਚਿਆ ਆਲੇ ਦੁਆਲੇ ਕੁਝ ਕੰਕਰ ਪੱਥਰ ਜੋ ਵੀ ਉਹਨੇ ਢੇਰੀ ਇਕੱਠੀ ਕਰਕੇ ਉਸ ਆਪਣੀ ਇੱਕ ਹਾਈਟ ਬਣਾਈ, ਉਸ ਹਾਈਟ ਤੇ ਖੜਾ ਹੋਇਆ। ਇੱਕ ਗੋਲਾ ਆਇਆ, ਵਰਿਆਮ ਸਿੰਘ ਸ਼ਹੀਦੀ ਪਾ ਗਿਆ। ਇਹ ਆ ਸਾਡਾ ਪੰਜਾਬ ਜਿਹਨੂੰ ਕਹਿੰਦੇ ਅਸੀਂ ਗੁਲਾਮ ਬਣਾਉਣਾ। ਦੇਖੋ, ਇੱਕ 9 ਸਾਲ ਦਾ ਬੱਚਾ ਜਿਹੜਾ ਕਹਿੰਦਾ ਮੇਰੇ 'ਚ ਵੱਜੇ ਆਣ ਕੇ ਗੋਲਾ, ਮੇਰੇ 'ਚ ਕਿਉਂ ਨਹੀਂ ਵੱਜਦਾ ਪਿਆ। ਬਹੁਤ ਵੱਡਾ ਇਤਿਹਾਸ ਹੈ ਸਾਡਾ ਪੰਜਾਬ ਦਾ। ਤੇ ਉਹ ਧਿਰਾਂ ਇਹ ਕਿੱਥੋਂ ਸੋਚ ਲੈਣ ਕਿ ਪੰਜਾਬੀਆਂ ਨੂੰ, ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਲਾਂਗੇ, ਇਹਨਾਂ ਨੂੰ ਭੁਲਾ ਦਾਂਗੇ, ਇਹਨਾਂ ਨੂੰ ਭਗਤ ਸਿੰਘ ਨਾਲੋਂ ਤੋੜ ਲਾਂਗੇ, ਵਰਿਆਮ ਸਿੰਘ ਨਾਲੋਂ ਤੋੜ ਲਾਂਗੇ, ਕਰਤਾਰ ਸਰਾਭੇ ਨੂੰ ਖਾਮੋਸ਼ ਕਰ ਦਾਂਗੇ। ਇਹ ਕਦੇ ਨਹੀਂ ਹੋ ਸਕਦਾ। ਇਤਿਹਾਸ ਛਪਣ ਨਹੀਂ ਹੋਇਆ ਕਰਦੇ, ਫਿੱਕੇ ਕੀਤੇ ਜਾ ਸਕਦੇ ਹੈ। ਸਮੇਂ ਦੀਆਂ ਲਕੀਰਾਂ ਫਿਰ ਉਹਨਾਂ ਨੂੰ ਗੂੜੇ ਕਰ ਦਿੰਦੀਆਂ, ਫਿਰ ਲੋਕ ਆਉਂਦੇ, ਨਵਾਂ ਇਤਿਹਾਸ ਸਿਰਜਦੇ। ਕਰਤਾਰ ਸਰਾਭੇ, ਵਰਿਆਮ ਸਿੰਘ, ਕਰਤਾਰ ਸਰਾਭੇ, ਸ਼ਹੀਦ ਭਗਤ ਸਿੰਘ, BK ਦੱਤ, ਸੁਖਦੇਵ, ਰਾਜਗੁਰੂ ਕਿਤੇ ਨਹੀਂ, ਤੁਹਾਡੇ ਵਿੱਚ ਹੀ ਹੈ, ਤੁਹਾਡੇ ਵਿੱਚ ਹੀ ਆ। ਸਿਰਫ ਝਾਕਣ ਦੀ ਲੋੜ ਹੈ, ਸਾਨੂੰ ਦੇਖਣ ਦੀ ਲੋੜ ਹੈ, ਆਪਣਾ ਆਪ ਵੰਗਾਰਨ ਦੀ ਲੋੜ ਹੈ। ਇਹ ਫੇਸਬੁੱਕਾਂ, ਇਹ WhatsApp, ਇਹ ਨਸ਼ੇ ਦੇ ਟੀਕੇ ਸਾਨੂੰ ਇਹਨਾਂ ਸਰਾਭਿਆਂ ਤੋਂ, ਭਗਤਾਂ ਤੋਂ ਦੂਰ ਨਹੀਂ ਕਰ ਸਕਦੇ। ਇਹ ਸਾਨੂੰ ਫਿੱਕੇ ਕਰ ਸਕਦੇ, ਉਸ ਇਤਿਹਾਸ ਨੂੰ ਮਿਟਾ ਨਹੀਂ ਸਕਦੇ। ਕਿਉਂਕਿ ਜਦੋਂ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਜਾਂ ਬਦਲਣ ਦੀ ਕੋਸ਼ਿਸ਼ ਹੋਊਗੀ, ਨਵੇਂ ਸੂਰਮੇ ਉੱਠਣਗੇ, ਫਿਰ ਦੁਬਾਰਾ ਇਤਿਹਾਸ ਦੁਹਰਾਇਆ ਜਾਊਗਾ। ਅੱਜ ਫਿਰ ਪੰਜਾਬ ਦੀ ਧਰਤੀ ਤੇ ਅਣਖਾਂ ਵਾਲੇ ਲੋਕ ਉੱਠੇ ਨੇ। ਅੱਜ ਫਿਰ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਚੱਲੀ ਹੈ। ਇਹ ਠੀਕ ਹੈ ਕਿ ਵੱਖ-ਵੱਖ ਥਾਵਾਂ ਤੇ ਮੋਰਚੇ ਲੱਗੇ ਹੋਏ ਨੇ, ਲੋਕ ਆਪਣੇ ਢੰਗ ਨਾਲ, ਆਪਣੀ ਅਕਲ ਦੇ ਨਾਲ, ਆਪਣੀ ਸਮਝ ਨਾਲ ਲੜ ਰਹੇ ਨੇ। ਪਰ ਮੈਂ ਸ਼ਾਬਾਸ਼ ਦਿੰਦਾ ਇਸ ਮੰਚ ਤੋਂ ਖੜ ਕੇ, ਜਿੰਨੇ ਵੀ ਲੋਕ ਪੰਜਾਬ ਦੇ ਜਿੰਨੇ ਵੀ ਥਾਵਾਂ ਤੇ ਮੋਰਚੇ ਲੜ ਰਹੇ ਆ, ਮੈਂ ਚਾਹਾਂਗਾ ਉਹਨਾਂ ਲਈ ਇੱਕ ਬਹੁਤ ਵੱਡਾ ਜੈਕਾਰਾ ਤੁਸੀਂ ਸੜ ਕੇ ਰਲ ਕੇ ਲਾਓ। ਚਾਹੇ ਉਹ ਕਿਸਾਨ ਜਥੇਬੰਦੀਆਂ ਹੈ, ਚਾਹੇ ਸ਼ੰਭੂ ਦਾ ਮੋਰਚਾ ਹੈ, ਚਾਹੇ ਪਿੰਡ ਪੱਧਰ ਤੇ ਕੋਈ ਲੜੇ ਦੀ ਤਿਆਰੀ ਹੈ। ਬੋਲੇ ਸੋ ਨਿਹਾਲ। ਇਹ ਸਾਡਾ ਏਕਾ ਹੈ।
ਆਵਾਜ਼ ਵਿੱਚ ਆਵਾਜ਼ ਹੈ। ਉੱਥੇ ਸੰਗਰੂਰ ਮੋਰਚਾ ਹੈ, ਜਗਰਾਉਂ ਹੈ, ਕਿਲਿਆਂ ਵਾਲੀ ਹੈ, ਫਿਰੋਜ਼ਪੁਰ ਹੈ, ਅੰਮ੍ਰਿਤਸਰ 'ਚ ਹੈ, ਤਰਨਤਾਰਨ ਹੈ, ਖਡੂਰ ਸਾਹਿਬ ਹੈ, ਦੁਆਬੇ 'ਚ ਬਹਿਰਾਮ ਦੀ ਧਰਤੀ ਤੇ ਹੈ, ਜਲੰਧਰ ਹੈ, ਸ਼ੰਭੂ ਹੈ। ਆਵਾਜ਼ ਹੈ, ਇੱਕ ਹੋਣੀ ਚਾਹੀਦੀ ਹੈ, ਕਿਉਂਕਿ ਨਿਸ਼ਾਨਾ ਸਾਡਾ ਇੱਕ ਹੈ। ਮੈਂ ਜਿੱਥੇ ਵੀ ਬੋਲਿਆ ਮੈਂ ਇਹ ਕਹਿ ਕਿ ਦੁਸ਼ਮਣ ਇੱਕ ਹੈ, ਉਹਨਾਂ ਦੀ ਸੋਚ ਇੱਕ ਹੈ, ਕਿਉਂਕਿ ਲੁਟੇਰੀ ਜਮਾਤ ਹਮੇਸ਼ਾ ਇੱਕ ਹੋ ਕੇ ਤੁਰਦੀ ਹੈ। ਉਹਨਾਂ ਦੀ ਸੋਚ ਇੱਕ ਹੈ, ਉਹਨਾਂ ਦੀ ਸਮਝ ਇੱਕ ਹੈ, ਉਹਨਾਂ ਦਾ ਨਿਸ਼ਾਨਾ ਇੱਕ ਹੈ। ਕੀ ਹੈ? ਸਾਨੂੰ ਲੁੱਟਣਾ, ਸਾਨੂੰ ਕੁੱਟਣਾ। ਤੇ ਸਾਡੀ ਸੋਚ ਜੇਕਰ ਇੱਕ ਬਣੂਗੀ ਫਿਰ ਹੀ ਅਸੀਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ। ਜੇ ਸਾਡੀ ਸੋਚ ਵਿੱਚ ਵਖਰੇਵਾਂ ਰਿਹਾ, ਜੇ ਸਾਡੀ ਸਮਝ ਵਿੱਚ ਵਖਰੇਵਾਂ ਰਿਹਾ, ਜੰਗ ਨਹੀਂ ਜਿੱਤੀ ਜਾਣੀ। ਆਵਾਜ਼ ਇੱਕ ਹੋਣੀ ਚਾਹੀਦੀ ਹੈ, ਸੋਚ ਇੱਕ ਹੋਣੀ ਚਾਹੀਦੀ, ਸਮਝ ਇੱਕ ਹੋਣੀ ਚਾਹੀਦੀ, ਨਿਸ਼ਾਨਾ ਸਾਫ਼ ਹੋਣਾ ਚਾਹੀਦਾ। ਇਸ ਵੇਲੇ ਦੋ ਹੀ ਧਿਰਾਂ ਨੇ ਮੈਦਾਨ ਵਿੱਚ, ਇੱਕ ਲੁੱਟਣ ਕੁੱਟਣ ਵਾਲੀ, ਇੱਕ ਲੁੱਟ ਹੋਣ ਵਾਲੀ। ਲੋਕਾਂ ਫੈਸਲਾ ਕਰਨਾ ਕਿੱਧਰ ਖੜਨਾ ਹੈ। ਪਰ ਇੱਕ ਧਿਰ ਹੋਰ ਨਜ਼ਰ ਆਉਂਦੀ ਹੈ ਜੋ ਥੋੜੀ ਤੀਖਣ ਬੁੱਧੀ ਨਾਲ ਦੇਖਣੀ ਪੈਂਦੀ ਹੈ। ਖਾਮੋਸ਼ ਧਿਰ, ਜਿਹੜੀ ਚੁੱਪ ਹੈ, ਜਿਹੜੀ ਘਰਾਂ 'ਚ ਬੈਠੀ ਹੈ, ਜਿਹੜੀ ਝੋਨਾ ਵਢਾ ਰਹੀ ਹੈ, ਪੱਠੇ ਵੱਢ ਰਹੀ ਹੈ, ਸੱਥਾਂ 'ਚ ਬੈਠੀ ਹੈ, ਦੁਕਾਨਾਂ ਖੋਲ ਕੇ ਬੈਠੀ ਹੈ, ਨੌਕਰੀ ਤੇ ਗਈ ਹੋਈ ਹੈ। ਉਹ ਧਿਰ ਹੈ ਖਾਮੋਸ਼ ਹੈ, ਉਹਨਾਂ ਨੂੰ ਕੰਮ ਦੀ ਜ਼ਿਆਦਾ ਪਈ ਹੋਈ ਹੈ। ਉਹ ਖਾਮੋਸ਼ ਧਿਰ ਜਿੰਨਾ ਚਿਰ ਨਹੀਂ ਬੋਲੇਗੀ ਉਹਨਾਂ ਚਿਰ ਉਸ ਧਿਰ ਦੇ ਹੱਕ 'ਚ ਬੋਲੇਗੀ ਜੋ ਸਾਨੂੰ ਲੁੱਟਣਾ ਤੇ ਕੁੱਟਣਾ ਚਾਹੁੰਦੀ ਹੈ। ਕਿਉਂਕਿ ਲੜਨ ਵਾਲੇ ਜਦੋਂ ਲੜਨਗੇ ਤੇ ਧਿਰ ਜਿਹੜੀ ਖਾਮੋਸ਼ ਹੈ ਜਦੋਂ ਨਹੀਂ ਬੋਲੇਗੀ ਤੇ ਉਹ ਸਾਡੇ ਨਾਲ ਤਾਂ ਆਈ ਨਹੀਂ। ਉਹ ਉਸ ਧਿਰ ਦੇ ਹੱਕ 'ਚ ਬੋਲੇਗੀ, ਉਸ ਧਿਰ ਦੇ ਹੱਕ 'ਚ ਭੁਗਤੇਗੀ ਤੇ ਭੁਗਤ ਰਹੀ ਹੈ। ਸੋ ਮੈਂ ਜਿੰਨੇ ਤੁਸੀਂ ਅੱਜ ਇੱਥੇ ਆਏ ਹੈ ਸਾਰਿਆਂ ਨੂੰ ਇਹ ਬੇਨਤੀ ਕਰਦਾ, ਤੁਸੀਂ ਜਾਗੇ ਹੈ ਉਹਨਾਂ ਨੂੰ ਵੀ ਜਾ ਕੇ ਜਗਾਓ, ਉਹਨਾਂ ਨੂੰ ਵੀ ਸੱਦਾ ਦਿਓ ਕਿ ਛੱਡੋ ਥੋੜ੍ਹਾ ਬਹੁਤਾ ਕੰਮ। ਅੱਜ ਅਣਖਾਂ ਦਾ ਸਵਾਲ ਹੈ, ਅੱਜ ਮਿੱਟੀ ਦਾ ਸਵਾਲ ਹੈ, ਅੱਜ ਉਹਨਾਂ ਸ਼ਹੀਦਾਂ ਦੇ ਲਹੂ ਦਾ ਸਵਾਲ ਹੈ ਜਿਨ੍ਹਾਂ ਸਾਡੇ ਲਈ ਲਹੂ ਤੋੜਿਆ। ਕਰਤਾਰ ਸਰਾਭੇ ਦਾ 100 ਕਿੱਲਾ ਸੀ, 100 ਕਿੱਲਾ। ਦਾਦਾ ਠਾਕਰ ਸਿੰਘ, ਮੈਂ ਉਹਦਾ ਘਰ ਵੇਖ ਕੇ ਆਇਆ। ਉਸ ਜ਼ਮਾਨੇ 'ਚ ਚਬਾਰਾ, ਰੇਡੀਓ, ਲੱਕੜ ਦੀ ਕੁਰਸੀ, ਦੀਵਾਨ, ਬੈੱਡ ਲੱਗਾ ਹੋਇਆ ਉਸ ਜ਼ਮਾਨੇ 'ਚ। ਅੱਜ ਵੀ ਘਰ ਖੜਾ ਸਰਾਭਾ ਪਿੰਡ ਜਾ ਕੇ ਦੇਖਿਓ, ਮੈਂ ਨੌਜਵਾਨਾਂ ਨੂੰ ਸੱਦਾ ਦਿੰਦਾ, ਅੱਗ ਲੱਗਦੀ ਦੇਖ ਕੇ। ਉਸ ਜ਼ਮਾਨੇ 'ਚ 1912 'ਚ ਅਮਰੀਕਾ ਉਤਰਿਆ। ਅੱਜ 25-25 ਲੱਖ ਰੁਪਈਆ, 50-50 ਲੱਖ ਰੁਪਈਆ ਲੈ ਕੇ ਆ ਮਾਲਟਾ ਵਰਗੇ ਕਾਂਡ ਸਾਡੇ। ਮੈਂ ਦਬਾਬੇ ਦੀ ਧਰਤੀ ਤੇ ਨਾ, ਉੱਥੇ ਹਰ ਬੰਦਾ ਹੀ ਪਾਸਪੋਰਟ ਚੱਕੀ ਫਿਰਦਾ, ਮੈਨੂੰ ਲੈ ਜਾਓ, ਮੈਨੂੰ ਲੈ ਜਾਓ, ਮੈਨੂੰ ਲੈ ਜਾਓ, ਮੈਨੂੰ ਲੈ ਜਾਓ। ਇਹੀ ਕਰਦਾ ਹਰ ਬੰਦਾ। ਸਵੇਰੇ ਉੱਠਦਾ ਸੁਪਨਾ ਇੱਕ ਆਉਂਦਾ, ਬਾਹਰ ਜਾਣਾ, ਬਾਹਰ ਜਾਣਾ, ਬਾਹਰ ਜਾਣਾ, ਬਾਹਰ ਜਾਣਾ। 100 ਕਿੱਲਾ ਜ਼ਮੀਨ, ਸ਼ਹੀਦ ਭਗਤ ਸਿੰਘ ਦਾ ਪਰਿਵਾਰ, ਬਹੁਤ ਰੱਜਿਆ ਪੁੱਜਿਆ ਪਰਿਵਾਰ। ਕੀ ਲੋੜ ਸੀ ਉਹਨਾਂ ਨੂੰ ਅੱਗੇ ਆਉਣ ਦੀ? ਬਾਬਾ ਜਵਾਲਾ ਸਿੰਘ ਠੱਠੀਆਂ, ਜਿਹਦੇ ਉਸ ਜ਼ਮਾਨੇ 1911-12 ਦੇ ਵਿੱਚ ਅਮਰੀਕਾ ਦੇ ਵਿੱਚ ਉਹਦੀ ਰੇਲ ਗੱਡੀ ਚੱਲਦੀ ਸੀ, ਕੋਲਾ ਢੋਣ ਵਾਲੀ। ਆਲੂਆਂ ਦੇ ਫਾਰਮ ਸੀ ਬਹੁਤ ਵੱਡੇ। ਸਾਰਾ ਕੁਝ ਛੱਡ ਕੇ 1914 'ਚ ਪੰਜਾਬ ਦੀ ਧਰਤੀ ਤੇ ਆ ਗਏ ਇਨਕਲਾਬ ਕਰਨ ਵਾਸਤੇ, ਗਦਰ ਕਰਨ ਵਾਸਤੇ। ਔਰ ਉਹ ਜਾ ਕੇ ਕਾਲੇ ਪਾਣੀਆਂ ਦੀ ਜੇਲ੍ਹ ਚੱਲੀ, ਜਿੱਥੇ ਬਹਿਣ ਲਈ ਵੀ ਥਾਂ ਨਹੀਂ, ਜਿੱਥੇ ਪਿੰਜਰੇ ਲਾਏ ਜਾਂਦੇ ਸੀ ਖੜਾਉਣ ਲਈ ਵੀ ਥਾਂ ਨਹੀਂ, ਜਿੱਥੇ ਲੰਮੇ ਨਹੀਂ ਪੈ ਸਕਦੇ, ਜਿੱਥੇ ਰਜਵੀਂ ਰੋਟੀ ਨਹੀਂ, ਜਿੱਥੇ ਮਿੱਟੀ ਪੀਸ ਕੇ ਦਿੱਤੀ ਜਾਂਦੀ ਸੀ ਆਟੇ ਦੇ ਵਿੱਚ ਤਾਂ ਕਿ ਬੰਦਾ ਕਮਜ਼ੋਰ ਪੈ ਜਾਵੇ, ਜਿੱਥੇ 13 ਮਣ ਰੋਜ਼ ਕੋਲੂ ਪੀਣਾ ਪੈਂਦਾ ਸੀ, ਤੇਲ ਕੱਢਣਾ ਪੈਂਦਾ ਸੀ, ਇਹਦੀ ਛੰਟੇ ਵੱਜਦੇ ਸੀ। ਕੀ ਲੋੜ ਸੀ ਅਮਰੀਕਾ ਛੱਡ ਕੇ ਉਸ ਧਰਤੀ ਤੇ ਜਾਣ ਦੀ, ਕਾਲੇ ਪਾਣੀਆਂ ਦੀ ਜੇਲ੍ਹ ਦੇ ਵਿੱਚ? ਸਿਰਫ ਇੱਕ ਕਣਕ ਜਾਗੀ, ਇਹ ਕਣਕ ਜਾਗੀ ਕਿ ਪੰਜਾਬ ਦੇ ਜਾਏ ਹੈ। ਇਹ ਜ਼ਿਆਦਾ ਜਹਾਲਤ ਨਹੀਂ ਜਰ ਹੁੰਦੀ, ਜਾਂ ਮਰ ਜਾਈਏ ਤੇ ਜਾਂ ਅਗਲੇ ਦੁਸ਼ਮਣ ਨੂੰ ਹਰਾ ਦਈਏ। ਇਸ ਕਰਕੇ ਅੱਜ ਜੇਕਰ ਪੰਜਾਬ ਦੀ ਧਰਤੀ ਤੇ ਇਹ ਲਹਿਰ ਉੱਠੀ ਹੈ, ਲਹਿਰਾਂ ਰੋਜ਼ ਨਹੀਂ ਉੱਠਦੀਆਂ, ਲਹਿਰਾਂ ਰੋਜ਼ ਨਹੀਂ ਉੱਠ ਸਕਦੀਆਂ। ਬਹੁਤ ਵੱਡੇ ਸੂਰਮੇ ਜਿਨ੍ਹਾਂ ਨੇ ਲਹਿਰਾਂ ਇਕੱਠੀਆਂ ਕੀਤੀਆਂ, ਇੱਕ ਮੂਵਮੈਂਟ ਹੁੰਦੀ, ਇੱਕ ਹਵਾ ਹੁੰਦੀ ਹੈ, ਚੱਲ ਗਈ ਹੈ। ਸਾਡਾ ਫਰਜ਼ ਕੀ ਆ? ਸਿਰਫ ਇਸ ਲਹਿਰ ਵਿੱਚ ਹਾਂ ਮਿਲਾਉਣਾ, ਤੁਰਨਾ, ਬਾਜੂ ਖੜੇ ਕਰਨੇ, ਬਾਹਾਂ ਖੜੀਆਂ ਕਰਨੀਆਂ, ਲਲਕਾਰਨਾ, ਧਰਤੀ ਦੇ ਪੈਰ ਬੰਨਣੇ। ਸਿਰਫ ਇੰਨੇ ਕੰਮ ਆ ਸਾਡਾ, ਜ਼ਿਆਦਾ ਕੋਈ ਵੱਡਾ ਕੰਮ ਨਹੀਂ। ਦੁਸ਼ਮਣ ਤੇ ਉਖੜਿਆ ਪਿਆ, ਉਹਦੇ ਤੇ ਪੈਰ ਹੀ ਹੈ ਨਹੀਂ, ਉਹ ਤੇ ਚਾਲਾਂ ਖੇਡਦਾ। ਜੇ ਬਹੁਤ ਵੱਡਾ ਸੂਰਮਾ ਹੋਵੇ ਤੇ ਇੱਥੇ ਆਣ ਕੇ ਸਾਡੇ ਨਾਲ ਪੰਗਾ ਲੈ ਹੀ ਸਕਦਾ। ਉਹ ਤੇ ਰਾਜਨੀਤੀ ਖੇਡਦਾ। ਰਾਜਨੀਤੀ ਦੀ ਚਾਲ ਨੂੰ ਸਮਝਾਂਗੇ, ਉਹਦੀ ਹੋਰ ਵੀ ਹਰ ਲੜਾਈ ਦਾ ਜਵਾਬ ਦੇਵਾਂਗੇ। ਪਰ ਇਹ ਸਾਰਾ ਕੁਝ ਤਾਂ ਹੋਏਗਾ ਜੇ ਪਾਸ਼ ਦੀ ਕਵਿਤਾ ਅਸੀਂ ਸੁਣਾਂਗੇ। ਪਾਸ਼ ਕੀ ਕਹਿੰਦਾ ਸੀ? ਲੜਾਂਗੇ ਸਾਥੀ, ਜਦੋਂ ਬੰਦੂਕ ਨਾ ਹੋਈ ਤਾਂ ਤਲਵਾਰ ਹੋਏਗੀ, ਜਦੋਂ ਤਲਵਾਰ ਨਾ ਹੋਈ ਤੇ ਲੜਨ ਦੀ ਲਗਨ ਹੋਏਗੀ, ਲੜਨ ਦੀ ਲੋੜ ਹੋਏਗੀ। ਅਸੀਂ ਚੁਣਾਂਗੇ ਜ਼ਿੰਦਗੀ ਦੇ ਟੁਕੜੇ, ਉਦਾਸ ਮੌਸਮ ਲਈ ਲੜਾਂਗੇ ਸਾਥੀ, ਅਸੀਂ ਲੜਾਂਗੇ ਸਾਥੀ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।